ਦੋਸਤੋ, ਦਿੱਲੀ ਸਰਕਾਰ ਨਾਲ ਕਿਸਾਨਾਂ ਦੀ ਚੱਲ ਰਹੀ ਲੜਾਈ ਕਿਸੇ ਨਾ ਕਿਸੇ ਅੰਜਾਮ 'ਤੇ ਜ਼ਰੂਰ ਪਹੁੰਚੇਗੀ। ਜਿੱਥੇ ਇਸ ਲੜਾਈ ਦੇ ਵਿੱਚ ਕਿਸਾਨ ਪੂਰੇ ਜ਼ੋਰੋ ਖਰੋਸ਼ ਦੇ ਨਾਲ ਉਤਰ ਚੁੱਕੇ ਹਨ, ਉੱਥੇ ਕਿਸਾਨ ਦਾ ਹਿਤੈਸ਼ੀ ਹਰੇਕ ਵਰਗ ਪੂਰੇ ਭਾਰਤ ਵਿੱਚੋਂ ਇਸ ਲੜਾਈ ਦੀ ਹਮਾਇਤ ਕਰ ਰਿਹਾ ਹੈ। ਜਿਵੇਂ ਕਿ ਕੱਲ੍ਹ ਅਸੀਂ ਕੁਝ ਸ਼ਾਇਰਾਂ ਦੀਆਂ ਰਚਨਾਵਾਂ ਤੁਹਾਡੇ ਨਾਲ ਆਪਣੇ ਚੈਨਲ ਦੇ ਰਾਹੀਂ ਸਾਂਝੀਆਂ ਕੀਤੀਆਂ ਸਨ, ਅੱਜ ਕੁਝ ਹੋਰ ਰਚਨਾਵਾਂ ਮੈਂ ਕਮਲ ਧਰਮਸੋਤ ਲੈ ਕੇ ਹਾਜ਼ਰ ਹੋਇਆ ਹਾਂ ਔਰ ਇਹ ਰਚਨਾਵਾਂ ਨੇ ਸਾਡੇ ਪੰਜਾਬੀ ਦੇ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਜੀ ਦੀ ਨਜ਼ਮ, ਜੋ ਕਿ ਕੱਲ੍ਹ ਹੀ ਪ੍ਰਕਾਸ਼ਿਤ ਹੋਈ ਹੈ, ਉਹ ਨਜ਼ਮ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਹਾਂ। ਸੁਰਜੀਤ ਪਾਤਰ ਜੀ ਦੀ ਨਜ਼ਮ ਇਹ ਮੇਲਾ ਹੈ ਜਿੱਥੋਂ ਤੱਕ ਨਜ਼ਰ ਜਾਂਦੀ ਤੇ ਜਿੱਥੋਂ ਤੱਕ ਨਹੀਂ ਜਾਂਦੀ, ਇਹਦੇ ਵਿੱਚ ਲੋਕ ਸ਼ਾਮਲ ਨੇ। ਇਹਦੇ ਵਿੱਚ ਲੋਕ ਤੇ ਸੁਰਲੋਕ ਤੇ ਤ੍ਰੈ ਲੋਕ ਸ਼ਾਮਲ ਨੇ। ਇਹ ਮੇਲਾ ਹੈ। ਇਹਦੇ ਵਿੱਚ ਤਰਤ ਸ਼ਾਮਲ, ਬਿਰਖ ਪਾਣੀ ਪੌਣ ਸ਼ਾਮਲ ਨੇ। ਇਹਦੇ ਵਿੱਚ ਸਾਡੇ ਹਾਸੇ ਹੰਝੂ, ਸਾਡੇ ਗਾਉਣ ਸ਼ਾਮਲ ਨੇ। ਤੇ ਤੈਨੂੰ ਕੁਝ ਪਤਾ ਹੀ ਨਹੀਂ ਇਹਦੇ ਵਿੱਚ ਕੌਣ ਸ਼ਾਮਲ ਨੇ। ਇਹਦੇ ਵਿੱਚ ਪੁਰਖਿਆਂ ਦਾ ਰੰਗਲਾ ਇਤਿਹਾਸ ਸ਼ਾਮਲ ਹੈ। ਇਹਦੇ ਵਿੱਚ ਲੋਕ ਮਨ ਦਾ ਸਿਰਜਿਆ ਮਿਥਿਹਾਸ ਸ਼ਾਮਲ ਹੈ। ਇਹਦੇ ਵਿੱਚ ਸਿਦਕ ਸਾਡਾ, ਸਬਰ ਸਾਡੀ ਆਸ ਸ਼ਾਮਲ ਹੈ। ਇਹਦੇ ਵਿੱਚ ਸ਼ਬਦ, ਸੁਰਤੀ, ਧੁਨ ਅਤੇ ਅਰਦਾਸ ਸ਼ਾਮਲ ਹੈ। ਤੇ ਤੈਨੂੰ ਕੁਝ ਪਤਾ ਹੀ ਨਹੀਂ। ਇਹਦੇ ਵਿੱਚ ਵਰਤਮਾਨ, ਅਤੀਤ ਨਾਲ ਭਵਿੱਖ ਸ਼ਾਮਲ ਹੈ। ਇਹਦੇ ਵਿੱਚ ਹਿੰਦੂ, ਮੁਸਲਮ, ਬੁੱਧ, ਜੈਨ ਤੇ ਸਿੱਖ ਸ਼ਾਮਲ ਹੈ। ਬੜਾ ਕੁਝ ਦਿਸ ਰਿਹਾ ਤੇ ਕਿੰਨਾ ਹੋਰ ਅਧਿਕ ਸ਼ਾਮਲ ਹੈ। ਇਹ ਮੇਲਾ ਹੈ। ਇਹ ਮੇਲਾ ਹੈ। ਇਹ ਹੈ ਇੱਕ ਲਹਿਰ ਵੀ, ਸੰਘਰਸ਼ ਵੀ, ਪਰ ਜਸ਼ਨ ਵੀ ਤਾਂ ਹੈ। ਇਹਦੇ ਵਿੱਚ ਰੋਹ ਹੈ ਸਾਡਾ, ਦਰਦ ਸਾਡਾ, ਟਸ਼ਨ ਵੀ ਤਾਂ ਹੈ। ਜੋ ਪੁੱਛੇਗਾ ਕਦੀ ਇਤਿਹਾਸ ਤੈਥੋਂ, ਪ੍ਰਸ਼ਨ ਵੀ ਤਾਂ ਹੈ। ਜੋ ਪੁੱਛੇਗਾ ਕਦੀ ਇਤਿਹਾਸ ਤੈਥੋਂ, ਪ੍ਰਸ਼ਨ ਵੀ ਤਾਂ ਹੈ। ਤੇ ਤੈਨੂੰ ਕੁਝ ਪਤਾ ਹੀ ਨਹੀਂ ਇਹਦੇ ਵਿੱਚ ਕੌਣ ਸ਼ਾਮਲ ਨੇ। ਨਹੀਂ, ਇਹ ਭੀੜ ਨਹੀਂ ਕੋਈ, ਇਹ ਰੂਹਦਾਰਾਂ ਦੀ ਸੰਗਤ ਹੈ। ਨਹੀਂ, ਇਹ ਭੀੜ ਨਹੀਂ ਕੋਈ, ਇਹ ਰੂਹਦਾਰਾਂ ਦੀ ਸੰਗਤ ਹੈ। ਇਹ ਤੁਰਦੇ ਵਾਕ ਦੇ ਵਿੱਚ ਅਰਥ ਨੇ, ਸ਼ਬਦਾਂ ਦੀ ਪੰਗਤ ਹੈ। ਇਹ ਸ਼ੋਭਾ ਯਾਤਰਾ ਤੋਂ ਵੱਖਰੀ ਯਾਤਰਾ ਕੋਈ। ਇਹ ਸ਼ੋਭਾ ਯਾਤਰਾ ਤੋਂ ਵੱਖਰੀ ਹੈ ਯਾਤਰਾ ਕੋਈ। ਗੁਰਾਂ ਦੀ ਦੀਖਿਆ ਤੇ ਚੱਲ ਰਿਹਾ ਹੈ ਕਾਫਲਾ ਕੋਈ। ਇਹ ਮੈਂ ਨੂੰ ਛੋੜ ਆਪਾਂ ਤੇ ਅਸੀਂ ਵੱਲ ਜਾ ਰਿਹਾ ਕੋਈ। ਇਹਦੇ ਵਿੱਚ ਮੁੱਦਤਾਂ ਤੋਂ ਸਿੱਖੇ ਹੋਏ ਸਬਕ ਸ਼ਾਮਲ ਨੇ। ਇਹਦੇ ਵਿੱਚ ਸੂਫੀਆਂ ਫਕਰਾਂ ਦੇ 14 ਤਬਕ ਸ਼ਾਮਲ ਨੇ। ਤੁਹਾਨੂੰ ਗੱਲ ਸੁਣਾਉਣਾ ਇੱਕ ਬੜੀ ਭੋਲੀ ਤੇ ਮਨਮੋਹਣੀ। ਤੁਹਾਨੂੰ ਗੱਲ ਸੁਣਾਉਣਾ ਇੱਕ ਬੜੀ ਭੋਲੀ ਤੇ ਮਨਮੋਹਣੀ। ਅਸਾਂ ਨੂੰ ਕਹਿਣ ਲੱਗੀ ਕੱਲ ਇੱਕ ਦਿੱਲੀ ਦੀ ਧੀ ਸੋਹਣੀ। ਤੁਸੀਂ ਜਦ ਮੁੜ ਗਏ ਇੱਥੋਂ, ਤੁਸੀਂ ਜਦ ਮੁੜ ਗਏ ਇੱਥੋਂ, ਬੜੀ ਬੇਰੌਣਕੀ ਹੋਣੀ। ਟ੍ਰੈਫਿਕ ਤਾਂ ਬਹੁਤ ਹੋਵੇਗੀ ਪਰ ਸੰਗਤ ਨਹੀਂ ਹੋਣੀ। ਇਹ ਲੰਗਰ ਛਕ ਰਹੀ ਤੇ ਵੰਡ ਰਹੀ ਪੰਗਤ ਨਹੀਂ ਹੋਣੀ। ਘਰਾਂ ਨੂੰ ਦੌੜਦੇ ਲੋਕਾਂ 'ਚ ਇਹ ਰੰਗਤ ਨਹੀਂ ਹੋਣੀ। ਅਸੀਂ ਫਿਰ ਕੀ ਕਰਾਂਗੇ। ਤਾਂ ਸਾਡੇ ਨੈਣ ਨਮ ਹੋ ਗਏ। ਇੱਕ ਐਸਾ ਨਿਉ ਨਵੇਲਾ ਹੈ, ਇਹ ਮੇਲਾ ਹੈ। ਤੁਸੀਂ ਪਰਤੋਂ ਘਰੀ ਰਾਜ਼ੀ ਖੁਸ਼ੀ ਹੈ ਦੁਆ ਹਮੇਰੀ। ਤੁਸੀਂ ਜਿੱਤੋ ਬਾਜ਼ੀ ਸੱਚ ਦੀ, ਇਹ ਦੁਆ ਮੇਰੀ।
ਤੁਸੀਂ ਪਰਤੋ ਤਾਂ ਧਰਤੀ ਲਈ ਨਵੀਂ ਤਕਦੀਰ ਹੋ ਕੇ ਹੁਣ, ਨਵੇਂ ਅਹਿਸਾਸ ਸੱਚਰੀ ਸੋਚ ਤੇ ਤਦਬੀਰ ਹੋ ਕੇ ਹੁਣ, ਮੁਹੱਬਤ ਸਾਦਗੀ ਅਪਣਤ ਦੀ ਤਾਸੀਰ ਹੋ ਕੇ ਹੁਣ, ਇਸ ਇਛਰਾ ਮਾਂ ਤੇ ਪੁੱਤ ਪੂਰਨ ਦੇ ਮੁੜ ਮਿਲਣੇ ਦਾ ਵੇਲਾ ਹੈ। ਇਹ ਮੇਲਾ ਹੈ, ਇਹ ਮੇਲਾ ਹੈ। ਤੇ ਜਿੱਥੋਂ ਤੱਕ ਨਜ਼ਰ ਜਾਂਦੀ ਤੇ ਜਿੱਥੋਂ ਤੱਕ ਨਹੀਂ ਜਾਂਦੀ, ਇਹਦੇ ਵਿੱਚ ਲੋਕ ਸ਼ਾਮਲ ਨੇ, ਇਹਦੇ ਵਿੱਚ ਲੋਕ ਤੇ ਸੁਰਲੋਕ ਤੇ ਤ੍ਰੈ ਲੋਕ ਸ਼ਾਮਲ ਨੇ। ਇਹ ਮੇਲਾ ਹੈ, ਇਹਦੇ ਵਿੱਚ ਧਰਤ ਸ਼ਾਮਲ, ਬਿਰਖ ਪਾਣੀ ਪੌਣ ਸ਼ਾਮਲ ਨੇ, ਇਹਦੇ ਵਿੱਚ ਸਾਡੇ ਹਾਸੇ ਹੰਝੂ ਸਾਡੇ ਗਾਉਣ ਸ਼ਾਮਲ ਨੇ। ਤੇ ਤੈਨੂੰ ਕੁਝ ਪਤਾ ਹੀ ਨਹੀਂ ਇਹਦੇ ਵਿੱਚ ਕੌਣ ਸ਼ਾਮਲ ਨੇ। ਇਹ ਮੇਲਾ ਹੈ, ਇਹ ਮੇਲਾ ਹੈ। ਤੇ ਦੂਸਰੀ ਰਚਨਾ ਜਿਹੜੀ ਮੈਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਇਆ ਹਾਂ, ਉਹ ਹੈ ਪੰਜਾਬੀ ਦੇ ਇੱਕ ਵਿਦਵਾਨ ਅਤੇ ਕਵੀ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਵਜੋਂ ਕੰਮ ਕਰ ਰਹੇ ਹਨ, ਡਾਕਟਰ ਮੋਹਨ ਤਿਆਗੀ ਜੀ। ਤੇ ਉਹਨਾਂ ਦੀ ਨਜ਼ਮ ਹੈ ਧੂਆਂ। ਹਾਕਮ ਬੇਚੈਨ ਹੈ, ਤਿਲ ਮਿਲਾ ਰਿਹਾ ਹੈ ਕਿ ਪੰਜਾਬ ਦੇ ਖੇਤਾਂ ਵਿੱਚੋਂ ਉੱਠਦਾ ਧੂਆਂ ਆਖਰ ਅੱਗ ਦਾ ਭਾਂਬੜ ਬਣ ਦਿੱਲੀ ਕਿਵੇਂ ਪਹੁੰਚਿਆ। ਹਾਕਮ ਬੇਚੈਨ ਹੈ, ਤਿਲ ਮਿਲਾ ਰਿਹਾ ਹੈ ਕਿ ਪੰਜਾਬ ਦੇ ਖੇਤਾਂ ਵਿੱਚੋਂ ਉੱਠਦਾ ਧੂਆਂ ਆਖਰ ਅੱਗ ਦਾ ਭਾਂਬੜ ਬਣ ਦਿੱਲੀ ਕਿਵੇਂ ਪਹੁੰਚਿਆ। ਕਿਸੇ ਵੇਲੇ ਇਹ ਧੂਆਂ ਦੋਸ਼ ਮੁਕਤ ਹੁੰਦਾ ਸੀ, ਪਰ ਜਿਵੇਂ ਜਿਵੇਂ ਇਹ ਧੂਆਂ ਸਰਕਾਰਾਂ ਦੀ ਸੰਘੀ ਥਾਣੀ ਨੀਚੇ ਉਤਰਦਾ ਗਿਆ, ਦਿਨੋਂ ਦਿਨ ਇਲਜ਼ਾਮ ਬਣਦਾ ਗਿਆ। ਤੇ ਫਿਰ ਇੱਕ ਦਿਨ ਤਖਤ ਨੇ ਆਪਣੇ ਫੌਜਦਾਰਾਂ ਨੂੰ ਹੁਕਮ ਚਾੜਿਆ, ਇਸ ਜ਼ਹਿਰੀਲੇ ਧੂਏ ਨੂੰ ਕਾਬੂ ਕਰਕੇ ਕੋਈ ਕਰੜੀ ਸਜ਼ਾ ਸੁਣਾਓ, ਇਸ ਲਈ ਤਾਂ ਜੀਣਾ ਦੁੱਭਰ ਕਰ ਦਿੱਤਾ ਹੈ। ਪਰ ਇਹ ਬਾਗੀ ਧੂਆਂ ਹਾਕਮ ਦੇ ਵੱਸੋਂ ਬਾਹਰ ਹੁੰਦਾ ਹੋਇਆ ਆਏ ਦਿਨ ਅੱਗ ਬਣਦਾ ਗਿਆ। ਤੇ ਹੁਣ ਇਹ ਅੱਗ ਦਿੱਲੀ ਦੀਆਂ ਸੜਕਾਂ 'ਤੇ ਕੋਹਰਾਮ ਮਚਾਉਣ ਲੱਗ ਪਈ ਹੈ। ਹਾਕਮ ਦਾ ਪਾਰਾ ਸਿਖਰ 'ਤੇ ਹੈ। ਉਹ ਆਪਣੇ ਅਹਿਲਕਾਰਾਂ ਨੂੰ ਇਸ ਅੱਗ ਦਾ ਕੋਈ ਉਪਾਅ ਲੱਭਣ ਦਾ ਹੁਕਮ ਚਾੜਦਾ ਹੈ। ਉਸ ਨੂੰ ਫਿਕਰ ਹੈ ਕਿ ਕਿਤੇ ਇਹ ਅੱਗ ਰਾਜ ਮਹਿਲਾਂ ਤੇ ਸੰਸਦ ਤੀਕ ਨਾ ਪਹੁੰਚ ਜਾਵੇ। ਪਰ ਉਹ ਮਕਾਰ ਬਹਿਰੂਪੀਆ ਇਹ ਨਹੀਂ ਜਾਣਦਾ ਕਿ ਅੱਗ ਤੇ ਧੂਏ ਨੂੰ ਕਾਬੂ ਕਰਨਾ ਉਸ ਦੇ ਵੱਸ ਦੀ ਗੱਲ ਨਹੀਂ। ਹੁਣ ਉਹ ਇਹਨਾਂ ਦੀ ਤਾਸੀਰ ਬਾਰੇ ਕਿਆਸ ਅਰਾਈਆਂ ਲਗਾ ਰਿਹਾ ਹੈ ਤੇ ਅੱਗ ਤੇ ਧੂਆਂ ਉਸ ਦੇ ਇਰਦ ਗਿਰਦ ਫੈਲਦਾ ਜਾ ਰਿਹਾ ਹੈ। ਸੋ ਇਹ ਰਚਨਾ ਸੀ ਡਾਕਟਰ ਮੋਹਨ ਤਿਆਗੀ ਜੀ ਦੀ। ਜਿਉਂ-ਜਿਉਂ ਕਿਸਾਨ ਸੰਘਰਸ਼ ਅੱਗੇ ਵਧ ਰਿਹਾ ਹੈ, ਲੋਕਾਂ ਦੀ ਹਮਾਇਤ ਵੀ ਉਸੇ ਹੀ ਸਪੀਡ ਨਾਲ ਇਸ ਸੰਘਰਸ਼ ਦੇ ਨਾਲ ਜੁੜ ਰਹੀ ਹੈ। ਔਰ ਸਾਡੀ ਇਹੋ ਦੁਆ ਹੈ ਕਿ ਜਲਦ ਤੋਂ ਜਲਦ ਕਿਸਾਨ ਸੰਘਰਸ਼ ਆਪਣੇ ਅੰਜਾਮ ਉੱਤੇ ਪਹੁੰਚੇ ਤੇ ਲੋਕ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਪਰਤਣ।